भजिया वधाया मन भजिया वधाया मन भजिया वधाया मेरा घर बनया बनता बनया मेरा घर बनया बनता बनया करी नदर स्वामी सुखे गामी करी नदर स्वामी हालत सवारिया हालत पलत सवारिया हालत पलत सवारिया मेरा घर बनया बनता बनया मेरा घर बनया बनता बनया जो इच्छे सोई फल पावे जो इच्छे सोई फल पावे जो इच्छे साध के संग ना बिरथा जावे साध के संग ना बिरथा जावे जो इच्छे सोई फल पावे जो इच्छे सोई फल पावे साध के संग ना बिरथा जावे जपो साध के संग ना बिरथा जावे जो इच्छे सोई फल पावे जो इच्छे सोई फल पावे साध के संग ना बिरथा जावे साध के संग ना बिरथा जावे जो इच्छे सोई फल पावे जो इच्छे सोई फल पावे जो इच्छे साध के संग नहीं कछ घाल साध के संग नहीं कछ घाल दर्शन भेटत होत निहाल दर्शन भेटत होत निहाल दर्शन भेटत होत निहाल दर्शन भेटत होत निहाल जो इच्छे
साज के संग ना बिरथा जावे, जो इच्छे सोई फल पावे, जो इच्छे सोई फल पावे, जो इच्छे। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਅਤੀ ਸਤਿਕਾਰਯੋਗ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਉਤਸ਼ਾਹ ਦਾ, ਚਾਅ ਦਾ ਇਹ ਮੌਕਾ ਹੈ। ਹੁਣੇ ਅਸੀਂ ਭਾਈ ਤਾਜਵਿੰਦਰ ਸਿੰਘ ਜੀ ਦੇ ਜਥੇ ਕੋਲੋਂ ਕੀਰਤਨ ਗੁਰਬਾਣੀ ਬੋਲ ਸਰਵਣ ਕਰ ਰਹੇ ਸਾਂ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੈਕਰਾਮੈਂਟੋ ਤੋਂ ਇਹ ਚੱਲ ਕੇ ਆਏ ਹਨ। ਅਸੀਂ ਅੱਜ ਜਿਸ ਸੰਸਥਾ ਦੇ ਵਿੱਚ ਬੈਠੇ ਹਾਂ, ਉਸ ਸੰਸਥਾ ਬਾਰੇ ਅਸੀਂ ਗੁਰਦੁਆਰਾ ਕਹਿ ਕੇ ਇਸ ਸੰਸਥਾ ਨੂੰ ਯਾਦ ਕਰਦੇ ਹਾਂ। ਉਸ ਬਾਰੇ ਸਾਡੇ ਸਿੱਖ ਪੰਥ ਵਿੱਚ ਇੱਕ ਬੜਾ ਪ੍ਰਚਲਿਤ ਤੇ ਪਿਆਰਾ ਲਫ਼ਜ਼ ਹੈ, ਪਹਿਲੇ ਪੰਗਤ ਪਾਛੇ ਸੰਗਤ। ਭਾਵ ਜਿਹੜਾ ਗੁਰਦੁਆਰੇ ਆਉਂਦਾ ਹੈ ਉਸ ਦੀਆਂ ਪਹਿਲਾਂ ਮੁੱਢਲੀਆਂ ਲੋੜਾਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਫਿਰ ਗੁਰਬਾਣੀ ਦੀ ਗੱਲ, ਗੁਰੂ ਦੀ ਗੱਲ, ਸੱਚ ਦੀ ਗੱਲ ਸਮਝ ਆਉਂਦੀ ਹੈ। ਸੋ ਇਸ ਸੰਸਥਾ ਦੇ ਬਾਰੇ ਬਰੀਫ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦਾ ਹਾਂ, ਕਿਉਂਕਿ ਅਸੀਂ ਇਹ ਸ਼ੁਕਰਾਨਾ ਦਿਵਸ ਇਸ ਸੰਸਥਾ ਦੇ ਵਿੱਚ ਮਨਾ ਰਹੇ ਹਾਂ, ਕਿਉਂਕਿ ਇਹ ਸੰਸਥਾ ਮੁਕੰਮਲ ਹੋਈ ਹੈ। ਤੁਹਾਡੇ ਤਨ ਮਨ ਧਨ ਦੇ ਨਾਲ, ਤੁਹਾਡੀ ਡੈਡੀਕੇਸ਼ਨ ਦੇ ਨਾਲ, ਤੁਹਾਡੀ ਅਨਵੇਵਰਿੰਗ ਸਪੋਰਟ ਦੇ ਨਾਲ ਅਸੀਂ ਇੱਥੋਂ ਤੱਕ ਪਹੁੰਚ ਸਕੇ ਹਾਂ। ਕਿਉਂਕਿ ਜੇ ਗੁਰੂ ਪੀਰੀਅਡ ਵੱਲ ਮੈਂ ਦੇਖਦਾ ਹਾਂ ਤਾਂ ਗੁਰੂ ਸਾਹਿਬ ਦੇ ਵੇਲੇ ਗੁਰੂਆਂ ਨੇ ਹਲਟ ਲਗਵਾਏ, ਸਰੋਵਰ ਖੁਦਵਾਏ, ਦਵਾਖਾਨੇ ਖੋਲ੍ਹੇ, ਸਰਾਵਾਂ ਬਣਵਾਈਆਂ, ਲੰਗਰ ਚਲਾਏ। ਅਤੇ ਇਸ ਦਾ ਮਤਲਬ ਕੀ ਹੋਇਆ ਕਿ ਮਨੁੱਖ ਨੂੰ ਧਰਮ ਦੀ ਗੱਲ ਸਮਝ ਉਦੋਂ ਆਵੇਗੀ ਜਦੋਂ ਉਸ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਣਗੀਆਂ। ਸੋ ਇਸ ਸੰਸਥਾ ਦਾ ਮਕਸਦ ਵੀ ਇਹੀ ਹੈ, ਕਿਉਂਕਿ ਅਸੀਂ ਅੱਜ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ, ਸਾਡੀਆਂ ਜਿੱਥੇ ਆਰਥਿਕ ਲੋੜਾਂ ਅਸੀਂ ਉਹਨਾਂ ਪੱਖੋਂ ਸੁਰਖਰੂ ਹਾਂ, ਤਾਂ ਸਾਡੀਆਂ ਅੱਜ ਜਿਹੜੀਆਂ ਲੋੜਾਂ ਸਾਡੀ ਅਗਲੀ ਜਨਰੇਸ਼ਨ ਦੀਆਂ, ਸਾਨੂੰ ਆਪਣੇ ਬੱਚਿਆਂ ਦਾ ਫਿਕਰ ਹੈ, ਸਾਨੂੰ ਆਪਣੇ ਬਜ਼ੁਰਗਾਂ ਦਾ ਫਿਕਰ ਹੈ, ਸਾਨੂੰ ਆਪਣੇ ਮਨ ਦੀ ਚੈਨ ਦਾ ਫਿਕਰ ਹੈ। ਮਨ ਦੇ ਵਿੱਚ ਹਰ ਵਕਤ ਕੋਈ ਨਾ ਕੋਈ ਦੌੜ ਲੱਗੀ ਰਹਿੰਦੀ ਹੈ। ਸੋ ਜੇਕਰ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਿਸ਼ਨ ਦੀ ਗੱਲ ਕਰਨੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਸਿੱਖਿਆ ਦੀ ਗੱਲ ਕਰਨੀ ਹੈ, ਤਾਂ ਜੇਕਰ ਇਹ ਸੰਸਥਾ ਉਸ ਮੈਸੇਜ ਦੇ ਅਨੁਸਾਰ ਹੋਵੇਗੀ, ਉਸ ਸੰਦੇਸ਼ ਦੇ ਅਨੁਸਾਰ ਹੋਵੇਗੀ, ਤਾਂ ਹੀ ਸਿੱਖੀ ਦੀ ਜਿਹੜੀ ਇਹ ਇਮਾਰਤ ਅਸੀਂ ਆਰੰਭ ਕੀਤੀ ਹੈ, ਖੜੀ ਕੀਤੀ ਹੈ, ਉਹ ਮਜ਼ਬੂਤ ਹੋਵੇਗੀ। ਜੇਕਰ ਸ਼ਬਦ ਗੁਰੂ ਤੋਂ ਅਗਵਾਹੀ ਲੈ ਕੇ ਅਸੀਂ ਇਹ ਸਾਰੇ ਪ੍ਰੋਗਰਾਮ ਲਿਖਾਂਗੇ। ਅਤੇ ਮੈਨੂੰ ਇਹ ਕਹਿਣ ਦੇ ਵਿੱਚ ਫਖਰ ਮਹਿਸੂਸ ਹੁੰਦਾ ਹੈ ਕਿ ਇਸ ਗੁਰਦੁਆਰਾ ਸਾਹਿਬ ਦਾ ਬੋਰਡ, ਉਹ ਵੀਰ ਜਿਨ੍ਹਾਂ ਨੇ 1986 ਦੇ ਵਿੱਚ ਗੁਰਦੁਆਰਾ ਸਿੰਘ ਸਭਾ ਸਥਾਪਿਤ ਕਰਨ ਦਾ ਉਦਮ ਕੀਤਾ ਸੀ, ਬੀੜਾ ਚੁੱਕਿਆ ਸੀ, ਉਹਨਾਂ ਦੀ ਯੋਗ ਅਗਵਾਈ ਦੇ ਹੇਠ ਅਸੀਂ ਇੱਥੋਂ ਤੱਕ ਅੱਜ ਪਹੁੰਚ ਸਕੇ ਹਾਂ। ਜੇਕਰ ਅਸੀਂ ਬੇਖੌਫ ਹੋ ਕੇ ਸੱਚ ਦੀ ਗੱਲ ਇਸ ਸੰਸਥਾ ਦੇ ਵਿੱਚ ਕਰ ਰਹੇ ਹਾਂ, ਤਾਂ ਉਹ ਸਾਡੇ ਉਹਨਾਂ ਮੋਢੀ ਵੀਰਾਂ ਦੇ ਬਦੌਲਤ ਹੈ, ਤੁਹਾਡੀ ਸੰਗਤ ਦੀ ਬਦੌਲਤ ਹੈ। ਵੀਰ ਸਰਬਜੀਤ ਸਿੰਘ ਜੀ ਧੁੰਦਾ ਫਰਾਈਡੇ ਤੋਂ ਸਾਡੇ ਕੋਲੇ ਕਥਾ ਕਰ ਰਹੇ ਹਨ। ਉਹਨਾਂ ਬਾਰੇ ਅਕਸਰ ਸੰਗਤ ਦੇ ਵਿੱਚੋਂ ਇਹ ਫੀਡਬੈਕ ਮਿਲਦਾ ਕਿ ਉਹ ਗੱਲ ਬੜੀ ਸਿੱਧੀ ਕਰਦੇ ਆ, ਬਲੈਕ ਐਂਡ ਵਾਈਟ ਕਰਦੇ ਆ। ਉਹਨਾਂ ਦੀ ਜਿਹੜੀ ਇਹ ਗੱਲ ਹੈ ਬਿਲਕੁਲ ਸੱਚੀ ਆ, ਕਿਉਂਕਿ ਨਹੀਂ ਬਹੁਤ ਵਾਰ ਸਾਡੇ ਅਜਿਹੇ ਵੀਰ ਆਉਂਦੇ ਹਨ ਜਿਹੜੇ ਗੱਲ ਕਰਦੇ ਹਨ, ਉਹ ਗੱਲ ਇਹੀ ਘੋਲ ਮੇਲ ਕੇ ਜਾਂ ਰਲ ਮਿਲਾ ਕੇ ਕਰ ਜਾਂਦੇ ਹਨ ਕਿ ਸੰਗਤ ਸੋਚੀ ਜਾਵੇ ਕਿ ਉਹਨਾਂ ਨੇ ਕੀ ਕਿਹਾ, ਕੀ ਨਹੀਂ ਕਿਹਾ। ਸੋ ਜੇਕਰ ਅਸੀਂ ਸੱਚ ਤੇ ਬੇਖੌਫ ਹੋ ਕੇ ਪਹਿਰਾ ਦੇਣਾ ਹੈ, ਤਾਂ ਹੀ ਅਸੀਂ ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸ਼ਬਦ ਦੇ ਨਾਲ, ਬੋਲ ਦੇ ਨਾਲ ਸਾਨੂੰ ਲਾ ਕੇ ਗਏ ਹਨ, ਅਸੀਂ ਫੇਰ ਹੀ ਉਹਨਾਂ 'ਤੇ ਪੂਰੇ ਉਤਰਾਂਗੇ। ਜੇਕਰ ਅਸੀਂ ਜਿਹੜੇ ਸੱਚ ਦੀ ਗੱਲ ਅਸੀਂ ਸੁਣਦੇ ਹਾਂ ਉਸ ਨੂੰ ਜਾਰੀ ਰੱਖਾਂਗੇ। ਭਾਵ ਇਸ ਸੰਸਥਾ ਵੱਲੋਂ, ਇਸ ਸੰਸਥਾ ਦੇ ਸਕੱਤਰ ਜਨਰਲ ਸੈਕਟਰੀ ਹੋਣ ਦੇ ਬਦੌਲਤ ਮੈਂ ਸਾਡੇ ਸਮੂਹ ਬੋਰਡ ਸਾਹਿਬਾਨ, ਮੈਂਬਰ ਸਾਹਿਬਾਨ ਦੇ ਬਿਹਾਫ 'ਤੇ ਕਹਿ ਸਕਦਾ ਹਾਂ
ਕਿ ਜੋ ਸੱਚ ਤੇ ਪਹਿਰਾ ਦੇਣ ਵਾਲੀ ਗੱਲ ਹੈ ਉਹ ਇਸ ਸੰਸਥਾ ਦੇ ਵਿੱਚੋਂ ਹੁੰਦੀ ਰਹੇਗੀ ਤੇ ਹਮੇਸ਼ਾ ਫਿਊਚਰ ਦੇ ਵਿੱਚ ਚੱਲਦੀ ਰਹੇਗੀ। ਸੋ ਮੈਂ ਧੰਨਵਾਦ ਬਹੁਤ ਸਾਰੇ ਵੀਰਾਂ ਦਾ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੋਂ ਤੱਕ ਪਹੁੰਚ ਸਕੇ ਹਾਂ। ਸਾਡੇ ਬੋਰਡ ਦੇ ਮੈਂਬਰ ਜਿਹੜੇ ਇੱਥੇ ਪਿੱਛੇ ਸਟੇਜ ਦੇ ਉੱਪਰ ਸੁਸ਼ੋਭਿਤ ਹਨ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਨਾ ਚਾਹਾਂਗਾ ਵੀਰ ਜੋਗਿੰਦਰ ਸਿੰਘ ਜੀ ਮਠਾੜੂ ਤੇ ਭੈਣ ਜੀ ਜਸਵੰਤ ਕੌਰ ਜੀ, ਇਸੇ ਤਰ੍ਹਾਂ ਡਾਕਟਰ ਹਰਚਰਨ ਸਿੰਘ ਚੰਨ ਤੇ ਮਿਸਿਸ ਚੰਨ, ਭੈਣ ਜੀ ਗੁੱਡੀ ਸਿੱਧੂ ਤੇ ਡਾਕਟਰ ਗੁਰਚਰਨ ਸਿੰਘ ਜੀ ਸਿੱਧੂ, ਡਾਕਟਰ SP ਢਿੱਲੋਂ, ਇਸੇ ਤਰ੍ਹਾਂ ਵੀਰ ਗੁਰਪਾਲ ਸਿੰਘ ਜੀ ਬੈਂਸ, ਵੀਰ ਹਰਜਿੰਦਰ ਸਿੰਘ ਜੀ ਢਿੱਲੋਂ ਜਿਨ੍ਹਾਂ ਨੂੰ ਅਸੀਂ ਕੁੱਕੂ ਵੀਰ ਜੀ ਕਰਕੇ ਬੁਲਾਉਂਦੇ ਹਾਂ, ਵੀਰ ਇੰਦਰਜੀਤ ਸਿੰਘ ਜੀ ਸੰਧੂ, ਕੁਲਦੀਪ ਸਿੰਘ ਜੀ ਗਿੱਲ, ਪਰਮਿੰਦਰ ਸਿੰਘ ਭਾਟੀਆ, ਵੀਰ ਰਾਜਵੀਰ ਸਿੰਘ ਬੀਸਲਾ ਜਿਹੜੇ ਕਿ ਸਾਡੇ ਬੋਰਡ ਦੇ ਚੇਅਰਮੈਨ ਹਨ, ਡਾਕਟਰ ਸਤਨਾਮ ਸਿੰਘ ਜੀ ਅਟਵਾਲ, ਡਾਕਟਰ ਕੁਲਦੀਪ ਸਿੰਘ ਜੀ ਬਹਿਣੀਵਾਲ ਤੇ ਵੀਰ ਹੈਰੀ ਸਿੰਘ ਹਰਿੰਦਰ ਗਿੱਲ, ਇਹ ਬੋਰਡ ਦੇ ਮੈਂਬਰ ਹਨ। ਇਸੇ ਤਰ੍ਹਾਂ ਜਿਹੜੀ ਐਗਜ਼ੈਕਟਿਵ ਕਮੇਟੀ ਹੈ ਉਸ ਦੇ ਵਿੱਚ ਸਾਡੇ ਕਮੇਟੀ ਦੇ ਪ੍ਰਧਾਨ ਡਾਕਟਰ ਗੁਰਿੰਦਰ ਸਿੰਘ ਨਰੈਣ ਹਨ, ਬਲਵਿੰਦਰ ਸਿੰਘ ਬਰਾੜ ਵਾਈਸ ਪ੍ਰੈਜ਼ੀਡੈਂਟ ਹਨ, ਵੀਰ ਜਸਦੀਪ ਸਿੰਘ ਜੀ ਟਰੈਜਰਰ ਹਨ, ਖਜ਼ਾਨਚੀ ਦੀ ਸੇਵਾ ਨਿਭਾਉਂਦੇ ਹਨ ਤੇ ਵੀਰ ਜਗਜੀਤ ਸਿੰਘ ਜੀ ਮੈਂਬਰ ਐਟ ਇਨਲਾਰਜ ਹਨ। ਸੋ ਇਹਨਾਂ ਵੀਰਾਂ ਦੀ ਯੋਗ ਅਗਵਾਈ ਦੇ ਹੇਠ ਤੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਅਸੀਂ ਕੋਈ ਵਾਅਦਾ ਨਹੀਂ ਕਰ ਸਕਦੇ ਤਾਂ ਉਸ ਦਿਨ ਅਸੀਂ ਖੁਦ ਨਹੀਂ ਬੋਲ ਰਹੇ ਹੋਵਾਂਗੇ, ਸਾਡੇ ਵਿੱਚ ਹਉਂ ਬੋਲ ਰਿਹਾ ਹੋਵੇਗਾ। ਇਹ ਸਾਡੇ ਗੁਰੂ ਦੀ ਰਹਿਨੁਮਾਈ ਕਰਕੇ ਤੇ ਸੰਗਤ ਦੇ ਸਹਿਯੋਗ ਕਰਕੇ ਆਪਾਂ ਇੱਥੋਂ ਤੱਕ ਪਹੁੰਚ ਸਕੇ ਹਾਂ। ਇਸ ਦਿਨ ਨੂੰ ਬੜੇ ਉਤਸ਼ਾਹ ਦੇ ਨਾਲ ਅਸੀਂ ਮਨਾ ਰਹੇ ਹਾਂ। ਇਸੇ ਤਰ੍ਹਾਂ ਬਹੁਤ ਸਾਰੇ ਮੀਡੀਆ ਦੇ ਵੀਰ ਇੱਥੇ ਸਾਡੇ ਕੋਲੇ ਪਹੁੰਚੇ ਹਨ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਵਰਲਡ ਸਿੱਖ ਫੈਡਰੇਸ਼ਨ ਦੇ ਵੀਰ ਪਹੁੰਚੇ ਹਨ, ਬਾਹਰ ਸੀਡੀਆਂ ਦੀ ਕਿਤਾਬਾਂ ਦੀ ਸੇਵਾ ਕਰ ਰਹੇ ਹਨ, ਉਹਨਾਂ ਦੇ ਧੰਨਵਾਦੀ ਹਾਂ। ਵੀਰ ਸ਼ਾਰਾ ਸਿੰਘ ਢੀਂਡਸਾ ਓਮਨੀ ਵੀਡੀਓ USA ਵੱਲੋਂ ਫਰਾਈਡੇ ਤੋਂ ਸੇਵਾ ਕਰ ਰਹੇ ਹਨ। ਇਹਨਾਂ ਦੀ ਵੈਬਸਾਈਟ ਤੇ ਸਾਰੇ ਪਿਕਚਰਸ ਤੇ ਕਥਾ ਦੀ ਜਿੰਨੀ ਵੀਡੀਓ ਬਣੀ ਹੈ ਤੁਹਾਨੂੰ ਮਿਲ ਸਕਦੀ ਹੈ। ਵੀਰ ਅਜੀਤ ਸਿੰਘ ਜੀ ਗਿੱਲ ਮੋਗਾ ਵੀਡੀਓ, ਇਹਨਾਂ ਦੇ ਅਸੀਂ ਧੰਨਵਾਦੀ ਹਾਂ। ਵੀਰ ਪਰਮਜੀਤ ਸਿੰਘ ਜੀ ਡੇ ਐਂਡ ਨਾਈਟ ਵੀਡੀਓ ਦੇ, ਇਹਨਾਂ ਦੇ ਧੰਨਵਾਦੀ ਹਾਂ। ਸਮੂਹ ਸਾਡੇ ਜੱਥੇ ਦੇ ਡਾਕਟਰ ਸਰਬਜੀਤ ਸਿੰਘ ਦੇ ਜੱਥੇ, ਭਾਈ ਮਲਕੀਤ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਮਲਕੀਤ ਸਿੰਘ ਕਰਨਾਲ, ਭਾਈ ਨਰਿੰਜਨ ਸਿੰਘ, ਭਾਈ ਗੁਰਕਵਾਲ ਸਿੰਘ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸੰਸਥਾ ਚੱਲਦੀ ਹੈ। ਕਿਉਂਕਿ ਏਡੀ ਵੱਡੀ ਸੰਸਥਾ ਨੂੰ ਚੱਲਦਾ ਰੱਖਣ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਸਪੈਸ਼ਲੀ ਮੈਂ ਮੈਂਸ਼ਨ ਕਰਨਾ ਚਾਹਾਂਗਾ ਵੀਰ ਹਰਜਿੰਦਰ ਸਿੰਘ ਜੀ ਢਿੱਲੋਂ ਤੇ ਵੀਰ ਰਾਜਵੀਰ ਸਿੰਘ ਜੀ ਬਿਸਲਾ ਦਾ, ਜਿਨ੍ਹਾਂ ਨੇ ਇਸ ਸੰਸਥਾ ਨੂੰ ਇੱਥੋਂ ਤੱਕ ਲਿਆਉਣ ਦੇ ਵਿੱਚ ਬੇਥੱਕ ਅਣਹੱਥਕ ਮਿਹਨਤ ਕੀਤੀ ਹੈ, ਟਾਈਮ ਦਿੱਤਾ ਹੈ। ਕਿਉਂਕਿ ਇਸ ਮੁਲਕ ਦੇ ਵਿੱਚ ਪੈਸਾ ਬਹੁਤ ਸਾਰੇ ਲੋਕਾਂ ਕੋਲੇ ਹੈ ਪਰ ਟਾਈਮ ਬਹੁਤ ਘੱਟ ਲੋਕਾਂ ਕੋਲੇ ਹੁੰਦਾ ਹੈ। ਪੈਸਾ ਦੇਣ ਲਈ ਲੋਕੀ ਅੱਗੇ ਆਉਂਦੇ ਹਨ ਪਰ ਟਾਈਮ ਦੇਣ ਲਈ ਜਦੋਂ ਅਸੀਂ ਬੇਨਤੀ ਕਰੀਦੀ ਵੀਰ ਜੀ ਫਲਾਣੇ ਕੰਟਰੈਕਟਰ ਨੂੰ ਮਿਲ ਲਿਓ, ਬਿਲਡਿੰਗ ਦਾ ਆਹ ਕੰਮ ਰਹਿੰਦਾ, ਤਾਂ ਇਹ ਦੋਨੇ ਵੀਰ ਅੱਗੇ ਹੋ ਕੇ ਆਪਣਾ ਵਕਤ ਦਿੰਦੇ ਸਨ। ਸੋ ਮੈਂ ਸਮੂਹ ਕਮੇਟੀ ਵੱਲੋਂ, ਸਮੂਹ ਬੋਰਡ ਦੇ ਮੈਂਬਰ ਸਾਹਿਬਾਨ ਵੱਲੋਂ ਇਹਨਾਂ ਦੋਹਾਂ ਵੀਰਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਇਸੇ ਤਰ੍ਹਾਂ ਵੀਰ ਬਲਵਿੰਦਰ ਸਿੰਘ ਬਰਾੜ ਆਪਣੇ ਸਟੋਰ ਦਾ ਕੰਮ ਛੱਡ ਕੇ ਉਹਨਾਂ ਨੇ ਇੱਥੇ ਮਿਹਨਤ ਕਰਵਾਈ ਹੈ। ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਜਿਹੜਾ ਅਗਲਾ ਪ੍ਰੋਗਰਾਮ ਹੈ ਉਸ ਦੇ ਵਿੱਚ ਮੈਂ ਗੱਲ ਕਰਨੀ ਚਾਹਾਂਗਾ ਇੱਕ ਨੌਜਵਾਨ ਦੀ, ਜਿਹੇ ਨੌਜਵਾਨ ਦੀ ਜਿਹੜਾ ਸਾਡੀ ਕਮਿਊਨਿਟੀ ਦੇ ਹੋਰ ਨੌਜਵਾਨਾਂ ਲਈ ਇੱਕ ਆਦਰਸ਼ ਹੈ, ਮਾਡਲ ਹੈ। ਉਸ ਦਾ ਨਾਮ ਹੈ ਨੈਣਦੀਪ ਸਿੰਘ ਚੰਨ। ਇਸ ਨੌਜਵਾਨ ਦੀ ਜਦੋਂ ਅਕਸਰ ਸਾਡੀ ਕਮਿਊਨਿਟੀ ਦੇ ਵਿੱਚ ਮਾਪੇ ਗੱਲ ਕਰਦੇ ਹਨ ਤਾਂ ਆਪਣੇ ਬੱਚਿਆਂ ਨੂੰ ਕਹਿੰਦੇ ਹਨ ਕਿ ਉਸ ਨੌਜਵਾਨ ਵਰਗੇ ਬਣੋ, ਪੂਰੇ ਸਿੱਖੀ ਸਰੂਪ ਦੇ ਵਿੱਚ ਰਹਿ ਕੇ। ਜਿਹੜੀ ਗੱਲ ਅਸੀਂ ਕਹਿੰਦੇ ਹਾਂ ਕਿ ਅੱਜ ਸਾਨੂੰ ਜਿਹੇ ਸਿੱਖਾਂ ਦੀ ਲੋੜ ਹੈ ਜਿਹੜੇ ਪੜ੍ਹੇ ਲਿਖੇ ਹੋਣ। ਸੋ ਇਹਨਾਂ ਨੇ ਹਿਸਟਰੀ ਦੇ ਵਿੱਚ PhD ਕੀਤੀ ਹੈ। ਇੰਡੀਆ ਦੇ ਵਿੱਚ ਉਰਦੂ, ਫਾਰਸੀ ਜਿਹੀਆਂ ਲੈਂਗੁਏਜ ਸਿੱਖਣ ਦੇ ਲਈ ਜਾਂਦੇ ਰਹਿੰਦੇ ਹਨ ਤੇ ਸਿੱਖੀ ਦੇ ਨਾਲ ਇਹਨਾਂ ਨੂੰ ਪਿਆਰ ਹੋਣ ਦੇ ਕਾਰਨ ਇਹ ਸਿੱਖੀ ਦੇ ਤੁਰ ਕੇਂਦਰ ਤੱਕ ਜਾ ਕੇ ਸਮਝਣਾ ਚਾਹੁੰਦੇ ਹਨ ਕਿ ਅਸੀਂ ਕਿੱਥੋਂ ਆਏ ਹਾਂ, ਅੱਜ ਅਸੀਂ ਕਿੱਥੇ ਹਾਂ ਤੇ ਅਸੀਂ ਕਿੱਥੇ ਜਾਣਾ ਹੈ। ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇਸੇ ਟੌਪਿਕ ਤੇ ਅੱਜ 5 ਤੋਂ 7 ਮਿੰਟ ਗੱਲ ਕਰਿਓ ਇੰਗਲਿਸ਼ ਦੇ ਵਿੱਚ, ਪੰਜਾਬੀ ਦੇ ਵਿੱਚ, ਤਾਂ ਕਿ ਸਾਡੇ ਜਿਹੜੇ ਯੂਥ ਇੱਥੇ ਬੈਠੇ ਆ ਉਹ ਸਮਝ ਸਕਣ ਕਿ ਅਸੀਂ ਕਿੱਥੋਂ ਐਜ ਏ ਸੰਸਥਾ ਸਿੰਘ ਸਭਾ ਕਿੱਥੋਂ ਚੱਲੇ ਸੀ, ਅੱਜ ਅਸੀਂ ਕਿੱਥੇ ਹਾਂ ਤੇ ਅਸੀਂ ਆਪਣੇ ਨੌਜਵਾਨਾਂ ਨੂੰ ਲੈ ਕੇ ਕਿੱਥੇ ਜਾਣਾ ਹੈ। ਸੋ ਮੈਂ ਹੋਰ ਸਮਾਂ ਨਾ ਲਵਾਂ। ਉਸ ਤੋਂ ਉਪਰੰਤ ਕੁਝ ਇੱਕ ਹੋਰ ਸਾਡੇ ਸਨਮਾਨ ਹਨ, ਬੇਨਤੀਆਂ ਹਨ ਤੇ ਉਹਨਾਂ ਤੋਂ ਬਾਅਦ ਆਪਾਂ
ਪ੍ਰੋਫੈਸਰ ਸਰਬਜੀਤ ਸਿੰਘ ਜੀ ਧੂੰਦਾ ਵੀਰ ਜੀ ਇੱਥੇ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ। ਉਹਨਾਂ ਦੀ ਕਥਾ ਅੱਜ ਆਪਾਂ ਸਰਵਣ ਕਰਨੀ ਹੈ। ਹੁਣ ਆਓ ਇਕਾਗਰਤਾ ਦੇ ਨਾਲ ਨੈਣਦੀਪ ਸਿੰਘ ਚੰਦ ਦੇ ਨਾਲ ਆਪਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरु प्यारे साध संगत जी, वाहिगुरु जी का खालसा, वाहिगुरु जी की फतेह। Where to begin? सब तो पहला मैं माफ़ी मांगना चाहूँगा क्योंकि मैं इंग्लिश ਦੇ ਵਿੱਚ ਗੱਲ ਕਰਾਂਗਾ। Partially because I think it's extremely important that to engage with our second generation, we have to come to the realization that in this particular context, English will be the language of the future for the medium of our community. That means we never forget Punjabi. It means we continue to sponsor Punjabi. It means we continue to sponsor the language of the Guru Granth Sahib. But in Katha, in other avenues, English more and more will become sort of a language. So wow, here we are, April 5th, 2014. April 6th, sorry, 2014. It's been such an adventure for me to, in some ways, my whole life has been tied with this particular institution. Some of my first memories in terms of thinking myself as a Sikh were probably the events, the June events of 1984. I was far too young to really understand exactly what happened during that time, but I do remember the effect it had on the community. Very soon afterwards, that became the impetus to form the need to have a central institution within the city of Fresno. Within my own lifetime, I recall going to that first church on Dakota, seeing the pews, seeing the church, and somehow thinking, how are we going to turn this into a Gurdwara? Lo and behold, in those early days, that's exactly what it did, and that's exactly what it became. It became a home for all of us. I can't say that the hundreds of students, if not maybe even possibly nearing the thousands, that have gone through the Sikh Institute of Fresno that have a special connection with this institute. But at the same time, I've also seen the hundreds that have actually become disassociated with the institution as well. Not in any real way, not in any political way, not even in any ideological way. But there is a disassociation in the sense that for our second generation, born and brought up here, there's a silent revolution that's actually happening. For those that are brought up here, more and more are actually beginning to leave the Gurdwara. You don't have to take my word for it. Look at your own children, look at your own family members, and more you'll see a number of children are actually, especially second generation, are actually leaving the Gurdwara. They come for special functions. They come when there's a bot in their families that's being put on by their family. They'll come to in a momentous occasion like this. But in a general Sunday, you will not see this population. But this population is one of the most important if we're going to continue on this heritage and this tradition here in the Central Valley. Today, April 6th, 2014, represents a milestone. But a milestone is different than a destination. A milestone lets us come to terms with where we are. It gives us a chance to reflect where we've come from, and also gives us a chance to think about where we want to go. In the future, like I said, if we want to engage our youth with this institution, then as beautiful as it is from the outside, we have to make sure the programming, how we're treating each other, and the unconditional love being felt is also happening on the inside. As I reflect, at least here in the city of Fresno, what are sort of future sort of obstacles, but also terms of engagement and challenges for the future? None is going to be larger than engaging your second generation, engaging your children in the Gurdwara in a more meaningful way. Parents come to me when their children are oftentimes no longer listening to them. They come to me when their children feel extreme senses of alienation. Parents come to me when their children sometimes are even engaging in drug abuse. But we can do preventative steps far before to wait for those circumstances. We always think it's another family, it's another child, but it takes a village to actually raise a child. If we're going to actually create that village here in Fresno,
then we need to rethink the way we live, rethink the way we eat, rethink the way we talk, and rethink the way we treat one another. All that is possible, but as I hope we begin to kind of think about our current situation, is how we actually want to make this a possibility. We have a beautiful structure, and I've heard even more beautiful visions and very grandiose thoughts of what the future may entail. But as people mentioned before, it actually requires time to make it happen. Believe it or not, money is cheap. Time is actually of the most value. So if you want to see this institution grow, if you want to see this institution flourish, then I can only ask that you're willing to actually spend time. Spend time with those that have similar thoughts, spend time with those that have different thoughts, because we all learn when we actually spend time with one another. In terms of the future for Sikhi here in the Central Valley, I think there's two paths that can happen. One will become a growing alienation of the second generation youth. Those that are born here will less and less come. As immigration begins to decrease, these institutions can become museums. That's a reality I hope we never come. Another path would be larger engagement with youth, letting them put on their own programs that speak to them, that talk to them, and let them talk to one another. They know what they want to hear, they know what they want to see, they know what they want to talk about with one another. Engage those, encourage those conversations to more and more happen at the Gurdwara, and we're going to see that in the next couple of years, when we're reaching another milestone of the Sikh Institute of Fresno, we'll have that much more to be proud about, that much more to be encouraged about, and that much more that we'll be celebrating. Thank you so much for giving me this opportunity, and here's to the future for the Sikh Institute of Fresno. Vaheguru Ji Ka Khalsa, Vaheguru Ji Ki Fateh. ਵੀਰ ਨੈਣਦੀਪ ਸਿੰਘ ਦੀ ਗੱਲ ਸੁਣ ਰਹੇ ਸੀ ਤਾਂ ਮੈਂ ਸੋਚਿਆ ਕਿ ਅਸੀਂ ਗੱਲ ਕਰਦੇ ਹਾਂ ਕਿ ਸ਼ਬਦ ਦੇ ਰਾਹੀਂ ਅਸੀਂ ਆਪਣੇ ਦੀਵੇ ਜਲਾਉਣੇ ਆ। ਦੀਵੇ ਤੋਂ ਗੁਰਬਾਣੀ ਦੇ ਵਿੱਚ ਜਦੋਂ ਦੀਵੇ ਦਾ ਜ਼ਿਕਰ ਆਉਂਦਾ ਭਾਵ ਗਿਆਨ, ਜਦੋਂ ਹਨੇਰੇ ਦਾ ਜ਼ਿਕਰ ਆਉਂਦਾ ਤਾਂ ਭਾਵ ਅਗਿਆਨਤਾ। ਤੇ ਜਿਨ੍ਹਾਂ ਦੇ ਦੀਵੇ ਜਲੇ ਹੁੰਦੇ ਹਨ, ਮੈਂ ਇਹ ਕਹਾਂਗਾ ਕਿ ਉਹ ਨੌਜਵਾਨ ਜਾਂ ਉਹ ਲੋਕ ਨੈਣਦੀਪ ਵਰਗੇ ਹੁੰਦੇ ਹਨ। ਉਹ ਮੇਰੇ ਵਾਂਗੂ ਢੋਂਗੀ ਨਹੀਂ ਹੁੰਦੇ ਕਿ ਇੰਨਾ ਨਾਮ ਜਪ ਲਿਆ, ਮੈਂ ਇੰਨੇ ਪਾਠ ਕਰ ਲਏ, ਇੰਨੇ ਖੰਡ ਪਾਠ ਕਰਵਾ ਲਏ, ਜਾਂ ਮੈਂ ਇੰਨੇ ਤੀਰਥ ਸਥਾਨਾਂ 'ਤੇ ਜਾ ਰਿਹਾ। ਉਹਨਾਂ ਦਾ ਜਿਹੜਾ ਵਰਤਾਰਾ ਹੁੰਦਾ ਉਹ ਬਾਹਰ ਮੁਖੀ ਹੁੰਦਾ। ਬਾਹਰ ਮੁਖੀ ਤੋਂ ਭਾਵ ਉਹਨਾਂ ਦੇ ਐਕਸ਼ਨਸ ਦੇ ਵਿੱਚੋਂ ਤੁਹਾਨੂੰ ਪਤਾ ਚੱਲਦਾ ਕਿ ਇਹਨਾਂ ਨੇ ਸੱਚਮੁੱਚ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ ਅਤੇ ਸੋਸ਼ਲ ਸਰਵਿਸ ਦੇ ਰਾਹੀਂ ਇਹ ਆਪਣੀ ਕੌਮ ਦੇ ਲਈ, ਆਪਣੇ ਪੰਥ ਦੇ ਲਈ ਕੁਝ ਕਰਨਾ ਚਾਹੁੰਦੇ ਹਨ। ਸੋ ਨੈਣਦੀਪ ਸਿੰਘ ਚੰਦ ਦਾ ਬਹੁਤ ਬਹੁਤ ਧੰਨਵਾਦ, ਅਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਕਮਿਊਨਿਟੀ ਦੀ ਇਸ ਸਿੱਖ ਇੰਸਟੀਚਿਊਟ ਦੇ ਨਾਲ ਸੇਵਾ ਕਰਦੇ ਰਹਿਣ। ਹੁਣ ਮੈਂ ਬੇਨਤੀ ਕਰਾਂਗਾ ਵੀਰ ਰਾਜਵੀਰ ਸਿੰਘ ਬਿਸਲਾ ਨੂੰ ਕਿ ਉਹ ਆ ਕੇ ਸਾਡੇ ਜਿਹੜੇ ਅਗਲੇ ਗੈਸਟ ਹਨ, ਸਾਡੇ ਕੋਲ ਕਾਂਗਰਸਮੈਨ ਜੈਮ ਕੋਸਟਾ, ਕੌਂਸਲ ਮੈਂਬਰ, ਸਿਟੀ ਕੌਂਸਲ ਮੈਂਬਰ ਬਲੋਂਗ ਜ਼ੋਂਗ, ਅਤੇ ਇਸ ਤੋਂ ਇਲਾਵਾ ਸਾਡੇ ਇਸ ਬਿਲਡਿੰਗ ਦੇ ਵਿੱਚ ਇਸ ਪ੍ਰੋਜੈਕਟ ਨੂੰ ਇੱਥੋਂ ਤੱਕ ਲਿਆਉਣ ਦੇ ਵਿੱਚ ਜਿਹੜੇ ਵੀਰ ਸਹਾਈ ਹੋਏ ਹਨ, ਉਹਨਾਂ ਬਾਰੇ ਉਹ ਇੰਟਰੋਡਕਸ਼ਨ ਦੇਣਗੇ, ਅਤੇ ਉਸ ਤੋਂ ਉਪਰੰਤ ਆਪਾਂ ਅੱਜ ਦਾ ਪ੍ਰੋਗਰਾਮ ਸਰਵਣ ਕਰਾਂਗੇ ਜੀ। ਵੀਰ ਰਾਜਵੀਰ ਸਿੰਘ ਜੀ ਬਿਸਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਗੁਰਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਇੰਨੀ ਐਕਸਾਈਟਮੈਂਟ ਹੈ ਕਿ ਉਹਨੂੰ ਐਕਸਪ੍ਰੈਸ ਨਹੀਂ ਕੀਤਾ ਜਾ ਸਕਦਾ ਕਿ ਆਪਾਂ ਇਸ ਮਾਈਲਸਟੋਨ ਤੇ ਪਹੁੰਚੇ ਹਾਂ। ਇਸ ਬਿਲਡਿੰਗ ਨੂੰ ਬਣਾਉਣ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਹੱਥ ਹੈ। ਆਈ ਥਿੰਕ ਇਸ ਦੇ ਜਿਹੜੀ ਆਪਾਂ ਅੱਜ ਸੈਲੀਬ੍ਰੇਸ਼ਨ ਕਰ ਰਹੇ ਹਾਂ, ਇਹਦਾ ਮੈਂ ਫਸਟ ਟਾਈਮ 2001 ਦੇ ਵਿੱਚ ਇਨਵੋਲਵ ਹੋਇਆ ਸੀ, ਅਤੇ ਅੱਜ ਆਪਾਂ ਨੂੰ 13 ਸਾਲ ਹੋ ਗਏ ਅਤੇ ਆਪਾਂ ਇਹਦੀ ਇਨੋਗ੍ਰੇਸ਼ਨ ਦੇਖ ਰਹੇ ਹਾਂ। ਅਤੇ ਅੱਜ ਦੇ ਦਿਨ ਵੀ ਮੈਨੂੰ ਉਹ ਯਾਦ ਆਉਂਦਾ ਕਿ ਜਦੋਂ ਆਪਾਂ ਇੱਥੇ ਪਹਿਲੇ ਦਿਨ ਸ਼ਵਲਸ ਲੈ ਕੇ ਅਤੇ ਡਰਟ ਮੂਵ ਕਰਦੇ ਸੀ ਕਿ ਇਹ ਸਿੱਖ ਸੈਂਟਰ ਅਸੀਂ ਕਿਸੇ ਦਿਨ ਬਣਾਵਾਂਗੇ। ਬਹੁਤ ਡਾਊਟ ਸੀਗੇ, ਬਹੁਤ ਮੁਸ਼ਕਲਾਂ ਦਾ ਸਾਹਮਣਾ ਸੀ, ਪਰ ਆਪਾਂ ਇੱਥੇ ਪਹੁੰਚੇ ਹਾਂ। ਅਤੇ ਇਹਦੇ ਵਿੱਚ ਸਾਨੂੰ ਬਹੁਤ ਬਹੁਤ ਸਹਿਯੋਗ ਦਿੱਤਾ ਹੈ ਸਾਡੇ ਪੋਲੀਟੀਕਲ ਪਾਰਟਨਰਸ ਨੇ, ਕਾਂਟਰੈਕਟਰਸ ਨੇ, ਅਤੇ ਬਾਕੀ
ਸਾਰੀ ਫਰੈਜ਼ਨੋ ਦੀ ਕਮਿਊਨਿਟੀ ਨੇ ਜਿਨ੍ਹਾਂ ਨੇ ਖੁੱਲ੍ਹ ਕੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਉਹਦੇ ਲਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਿਕਰ ਕਰਨਾ ਮੰਗਦਾ ਹਾਂ ਆਪਣੇ ਆਰਕੀਟੈਕਟਸ ਦਾ। ਇਹ ਜੋ ਇਮਾਰਤ ਜਿਹਦੀ ਤੁਸੀਂ ਅੱਜ ਬਹੁਤ ਹੀ ਤਾਰੀਫ ਕਰ ਰਹੇ ਹੋ, ਬਹੁਤ ਹੀ ਸਾਨੂੰ ਸਾਰਿਆਂ ਨੂੰ ਧੰਨਵਾਦ ਦੇ ਰਹੇ ਹੋ ਅਤੇ ਆਪ ਵੀ ਧੰਨਵਾਦ ਦੇ ਪਾਤਰ ਹੋ, ਇਹਦੀ ਡਿਜ਼ਾਈਨ ਕੀਤਾ ਸਰਦਾਰ ਮਹਿੰਦਰ ਸਿੰਘ ਦੱਤਾ ਨੇ। ਉਹ ਅੱਜ ਇੱਥੇ ਆਪਣੇ ਨਾਲ ਤਾਂ ਨਹੀਂ ਨੇ, ਉਹ ਕਿਸੇ ਬਿਜ਼ਨਸ ਟ੍ਰਿਪ ਕਰਕੇ ਆਪਾਂ ਨੂੰ ਨਹੀਂ ਜੁਆਇਨ ਕਰ ਸਕੇ, ਪਰ ਮਹਿੰਦਰ ਸਿੰਘ ਦੱਤਾ ਨੇ 12 ਸਾਲ ਇਸ ਇਮਾਰਤ ਨੂੰ ਬਣਾਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ। ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਉਹ ਮਹਿੰਦਰ ਸਿੰਘ ਦੱਤਾ ਜੀ ਦੀ ਮੈਂ ਸਾਰਿਆਂ ਨੂੰ ਦੱਸਣੀ ਮੰਗਦਾ ਹਾਂ ਕਿ ਉਹਨਾਂ ਨੇ ਇਹ 12 ਸਾਲ ਸੇਵਾ ਕੀਤੀ ਹੈ। ਇਸ ਸੇਵਾ ਦੀ ਉਹਨਾਂ ਨੇ ਸਾਡੇ ਤੋਂ ਕੋਈ ਕੀਮਤ ਨਹੀਂ ਲਈ। ਸੋ ਉਹਨਾਂ ਦੀ ਬਹੁਤ ਹੀ ਇੱਕ ਉਹਨਾਂ ਦਾ ਮੈਂ ਤੁਹਾਡੇ ਨਾਲ ਕਮੈਂਟ ਸ਼ੇਅਰ ਕਰਨਾ ਮੰਗਾਂਗਾ ਕਿ ਜਿੱਦਣ ਅਸੀਂ ਉਹਨਾਂ ਨਾਲ ਬੈਠੇ ਸੀ ਇਹ ਡਿਜ਼ਾਈਨ ਕਰਨ ਲਈ, ਤੇ ਉਹ ਕਹਿੰਦੇ ਆਪਣਾ ਘਰ ਕਿੱਦਾਂ ਦਾ ਹੋਣਾ ਚਾਹੀਦਾ, ਤੇ ਸਾਰੇ ਕਹਿੰਦੇ ਵੀ ਮੇਰਾ ਘਰ ਐਂ ਹੋਣਾ ਚਾਹੀਦਾ, ਮੇਰਾ ਘਰ ਐਂ ਹੋਣਾ ਚਾਹੀਦਾ, ਵਧੀਆ ਹੋਣਾ ਚਾਹੀਦਾ। ਉਹ ਕਹਿੰਦੇ ਇੱਕ ਗੱਲ ਧਿਆਨ 'ਚ ਰੱਖਿਓ, ਜਦੋਂ ਇਹ ਆਪਾਂ ਬਣਾਉਣਾ ਗੁਰੂ ਦਾ ਘਰ ਆਪਣੇ ਘਰ ਨਾਲੋਂ ਵੀ ਵਧੀਆ ਹੋਣਾ ਚਾਹੀਦਾ। ਤੇ ਮੇਰਾ ਖਿਆਲ ਹੈ ਦੱਤਾ ਸਾਹਿਬ ਨੇ ਉਹ ਗੱਲ ਆਪਣੀ ਪੂਰੀ ਕੀਤੀ ਹੈ। ਰਾਜ ਸਹਾਇ ਸਾਡੇ ਸਟਰਕਚਰਲ ਇੰਜੀਨੀਅਰਿੰਗ ਜਿਹੜੀ ਕਿ ਇਮਾਰਤ ਅੱਜ ਤੁਸੀਂ ਦੇਖ ਰਹੇ ਹੋ, ਇਹਦੀ ਫਾਊਂਡੇਸ਼ਨ ਆਪਾਂ ਇੰਡੀਆ 'ਚ ਕਹਿੰਦੇ ਹਾਂ ਨੀਹਾਂ, 90 ਫੁੱਟ ਜ਼ਮੀਨ ਦੇ ਅੰਦਰ ਇਹਦੀ ਫਾਊਂਡੇਸ਼ਨ ਹੈ। ਇਹ ਇਮਾਰਤ ਆਪਣਾ ਕਮਿਊਨਿਟੀ ਸੈਂਟਰ ਹੈ ਕਿ ਇੱਥੇ ਅਰਥਕੁਏਕ ਆਵੇ, ਫਲੱਡ ਆਵੇ, ਕੁਛ ਆਵੇ, ਇਹ ਇਮਾਰਤ ਆਪਾਂ ਨੂੰ ਅਵੇਲੇਬਲ ਰਹੇਗੀ। ਆਪਣਾ ਘਰ ਢਹਿ ਸਕਦਾ ਹੈ, ਪਰ ਇਹ ਈਵਨ 9.0 ਤੋਂ ਵੀ ਉੱਥੇ ਦਾ ਅਰਥਕੁਏਕ ਆਵੇ ਤਾਂ ਇਹ ਇਮਾਰਤ ਉਹਨੂੰ ਵਿਥਸਟੈਂਡ ਕਰੇਗੀ। ਆ ਜਿਹੜੇ ਆਪਾਂ ਪਿੱਲਰ ਦੇਖ ਰਹੇ ਹਾਂ, ਇਹ ਸਾਰੇ ਪਿੱਲਰ ਜਿੰਨੇ ਉੱਤੇ ਨੇ ਉਨੇ ਹੀ ਜ਼ਮੀਨ 'ਚ ਨੇ। ਸੋ ਬਹੁਤ ਹੀ ਇਹਦੀ ਇੰਜੀਨੀਅਰਿੰਗ, ਇਹਦਾ ਡਿਜ਼ਾਈਨ, ਇਹ ਬਹੁਤ ਇਹਨਾਂ ਦੀ ਦੇਣ ਹੈ। ਆਹ ਤੁਸੀਂ ਜਿਹੜੀ ਦੇਖ ਰਹੇ ਹੋ ਰੇਲਿੰਗ ਬਣੀ ਹੈ, ਇਹ ਰਾਜ ਸਹਾਇ ਹੁਣਾਂ ਨੇ ਡਿਜ਼ਾਈਨ ਕੀਤੀ ਤੇ ਕਹਿੰਦੇ ਕਿ ਸਪੈਸ਼ਲੀ ਕਰਨੀ ਸ਼ੀਸ਼ੇ ਦੀ ਹੈ। ਤੇ ਦੇਖੋ ਕਿ ਅੱਜ ਬਹੁਤ ਕਈ ਵਾਰੀ ਬੰਦਾ ਕਹਿੰਦਾ ਕਿ ਨਹੀਂ ਯਾਰ ਆਪਾਂ ਪੈਸੇ ਬਚਾ ਲਈਏ, ਕਹਿੰਦੇ ਨਹੀਂ ਇੱਦਾਂ ਦੀ ਕਰਾਂਗੇ, ਅਸੀਂ ਆਪੇ ਬਣਾ ਦਿਆਂਗੇ, ਤੇ ਇਹਨਾਂ ਨੇ ਸਾਨੂੰ ਬਣਾ ਕੇ ਦਿੱਤੀ ਹੈ। ਤੇ ਸਾਡੇ ਅੱਜ ਬਹੁਤ ਹੀ ਅਸੀਂ ਧੰਨਵਾਦੀ ਹਾਂ ਆਲਸੋ ਕਿ ਉਹਨਾਂ ਦੇ ਵਾਈਫ ਰੀਤਾ ਸਹਾਇ ਵੀ ਸਾਡੇ ਨਾਲ ਇੱਥੇ ਮੌਜੂਦ ਹਨ। ਅਸੀਂ ਰਾਜ ਸਹਾਇ ਦਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਮੈਂ ਹੁਣ ਬੇਨਤੀ ਕਰੂੰਗਾ ਰਾਜ ਸਹਾਇ ਨੂੰ ਕਿ ਸਾਡੇ ਕੋਲ ਪੋਡੀਅਮ 'ਤੇ ਆਉਣ ਤੇ ਸਾਡਾ ਛੋਟਾ ਜਿਹਾ ਸ਼ੁਕਰਾਨੇ ਵਜੋਂ ਪਲੈਕ ਸਾਡੇ ਬੋਰਡ 'ਤੇ ਵੱਲੋਂ ਰਿਸੀਵ ਕਰਨ। ਰਾਜ ਸਹਾਇ ਜੀ। ਉਸ ਤੋਂ ਬਾਅਦ ਮੈਂ ਹੁਣ ਰੈਕਗਨਾਈਜ਼ ਕਰਨਾ ਪਊਂਗਾ ਕਿ ਜਿਹੜੇ ਸਾਡੇ ਜਨਰਲ ਕਾਂਟਰੈਕਟਰ ਜਿਨ੍ਹਾਂ ਨੇ ਕਿ ਬਹੁਤ ਹੀ ਸਾਡਾ ਸਹਿਯੋਗ ਦਿੱਤਾ। ਮੈਂ ਕਹਾਂਗਾ ਸਿੰਪਲੀ ਕਿ ਜੇ ਇਹ ਨਾ ਹੁੰਦੇ ਤਾਂ ਮੇਰੇ ਖਿਆਲ ਅੱਜ ਆਪਾਂ ਇੱਥੇ ਨਾ ਹੁੰਦੇ। ਤੇ ਮੈਂ ਬੰਦਾ ਵੀਕਾਂ ਬਣਾ ਸਕਦਾ, ਡਿਜ਼ਾਈਨ ਬਣਾ ਸਕਦਾ, ਪਰ ਬਣਾਉਣ ਦੇ ਲਈ ਤੇ ਦੂਜੀ ਜਿਹੜੀ ਮਾਇਆ ਦੀ ਦਿੱਕਤ ਆਉਂਦੀ ਹੈ ਉਹਦੀ ਹੈਲਪ ਦੇ ਲਈ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ। ਮੈਂ ਸ਼ਬਦ ਨਹੀਂ ਇਹਨਾਂ ਦਾ ਧੰਨਵਾਦ ਕਰਨ ਦੇ। ਮੈਂ ਬਰਾੜ ਕੰਸਟਰਕਸ਼ਨ ਦੇ ਲਾਖ ਬਰਾੜ ਨੂੰ ਕਹੂੰਗਾ ਕਿ ਉਹ ਆਉਣ ਤੇ ਸਾਡੇ ਵੱਲੋਂ ਸ਼ੁਕਰਾਨੇ ਜੋ ਇੱਕ ਪਲੈਕ ਤੇ ਸਰੋਪਾ ਰਿਸੀਵ ਕਰਨ। ਤੇ ਦੂਜਾ ਮੈਂ ਇਹਨਾਂ ਦੇ ਧੰਨਵਾਦ ਕਰਨਾ ਮੰਗਦਾ, ਅਸੀਂ ਇਹਨਾਂ ਦੇ ਆਫਿਸ ਮੈਨੇਜਰ ਇੱਥੇ ਨਹੀਂ ਆਏ, ਪਰ ਈਮਾ ਲਾਇਰ ਉਹਨਾਂ ਨੇ ਵੀ 12 ਸਾਲ ਪੂਰੀ ਸੇਵਾ ਕੀਤੀ ਹੈ। ਕਿਉਂਕਿ ਜਦੋਂ ਸਾਨੂੰ ਕਾਂਟਰੈਕਟਰਾਂ ਦੀਆਂ ਕਾਲਾਂ ਆਉਂਦੀਆਂ ਸੀ ਕਿ ਤੁਹਾਡੀਆਂ ਪੇਮੈਂਟਾਂ ਲੇਟ ਹੋ ਗਈਆਂ, ਪੈਸੇ ਨਹੀਂ ਮਿਲਦੇ, ਅਸੀਂ ਤੁਹਾਡੇ ਤੇ ਲੀਨ ਪਾ ਦੇਣੀਆਂ, ਅਸੀਂ ਵਕੀਲ ਕਰ ਲੈਣਾ, ਆਹ ਹੋ ਜਾਣਾ, ਕਿਉਂਕਿ ਉਹ ਨੋਰਮਲ ਗੱਲਾਂ ਹੁੰਦੀਆਂ ਰਾਈਟ। ਪੈਸੇ ਇਕੱਠੇ ਕਰਨੇ ਬਹੁਤ ਔਖਾ ਕੰਮ ਹੈ। ਉਹ ਇਹਨਾਂ ਦੇ ਆਫਿਸ 'ਚੋਂ ਐਮਾ ਨੇ ਤੇ ਇਹਨਾਂ ਨੇ ਸਾਡੀ ਇੰਨੀ ਮਦਦ ਕੀਤੀ ਕਿ ਕੋਈ ਲੀਨ ਨਹੀਂ ਪੈਣ ਦਿੱਤੀ ਤੇ ਸਾਰਿਆਂ ਤੋਂ ਵੱਧ ਚੜ੍ਹ ਕੇ ਮਦਦ ਕੀਤੀ। ਸੋ ਆਓ ਇੱਕ ਵਾਰੀ ਜਕਾਰਾ ਬੁਲਾਈਏ, ਬੋਲੇ ਸੋ ਨਿਹਾਲ। ਉਸ ਤੋਂ ਬਾਅਦ ਪੈਸੇ ਲਈ ਇਹ ਬਿਲਡਿੰਗ ਜਿਹੜੀ ਤੁਸੀਂ ਦੇਖ ਰਹੇ ਹੋ ਘੱਟੋ ਘੱਟ ਨਹੀਂ ਤਾਂ 11 ਤੋਂ 12 ਮਿਲੀਅਨ ਡਾਲਰ ਆਪਣਾ ਇੱਥੇ ਖਰਚਾ ਆਇਆ ਹੈ। ਤੇ ਉਹਦੇ ਵਿੱਚ ਫਾਈਨੈਂਸ਼ੀਅਲੀ ਮਦਦ ਕਰਨ ਲਈ ਸਾਨੂੰ ਲੋਨ ਲੈਣ ਦੀ ਬਹੁਤ ਜ਼ਰੂਰਤ ਸੀ। ਤੇ ਤੁਹਾਨੂੰ ਪਤਾ ਕਿ ਰਿਲੀਜੀਅਸ ਇੰਸਟੀਟਿਊਸ਼ਨ ਲਈ ਲੋਨ ਲੈਣੇ ਕੋਈ ਸੌਖਾ ਕੰਮ ਨਹੀਂ। ਅਮਰੀਕਾ ਦੀਆਂ ਬੈਂਕਾਂ ਨੇ ਸਾਨੂੰ ਕਹਿਤਾ ਕਿ ਬਸ ਹੁਣ
ਤੁਹਾਡੇ ਕੋ ਆ ਨਹੀਂ ਤੁਹਾਡੇ ਕੋ ਆ ਨਹੀਂ, ਤੇ ਬਹੁਤ ਹੀ ਮੁਸ਼ਕਲਾਂ ਆਈਆਂ। ਉਹਦੇ ਲਈ ਮੈਂ ਇਨਵਾਈਟ ਕਰੂੰਗਾ ਨੀਲੇਸ਼ ਕੁਮਾਰ ਸਟੇਟ ਬੈਂਕ ਆਫ ਇੰਡੀਆ ਨੂੰ ਇੱਥੇ ਆਉਣ ਤੇ ਸਾਡੇ ਸ਼ੁਕਰਾਨੇ ਵਜੋਂ ਸਟੇਟ ਬੈਂਕ ਆਫ ਇੰਡੀਆ ਦੇ ਲਈ ਪਲੈਕ ਤੇ ਸਰੋਪਾ ਰਿਸੀਵ ਕਰਨ, ਕਿਉਂਕਿ ਉਹਨਾਂ ਤੋਂ ਹੀ ਸਹਾਇਤਾ ਤੋਂ ਬਿਨਾਂ ਪੈਸੇ ਜਿਹੜੇ ਉਹਨਾਂ ਨੇ ਸਾਨੂੰ ਲੋਨ 'ਚ ਦਿੱਤੇ, ਇਹ ਬਿਲਡਿੰਗ ਨਹੀਂ ਸੀ ਉਸਾਰੀ ਜਾ ਸਕਦੀ। ਤੇ ਨਾਲ ਸਾਡੇ ਪੱਟੀ ਸਾਹਿਬ, ਇਹਨਾਂ ਨੇ ਵੀ ਬਹੁਤ ਹੀ ਸਹਿਯੋਗ ਦਿੱਤਾ ਹੈ ਕਿ ਸਾਨੂੰ ਹਾਂਜੀ ਹੁਣ ਮੈਂ ਆਪਣੇ ਜਿਹੜੇ ਕਿ ਸਾਡੇ ਪੋਲੀਟੀਕਲ ਲੀਡਰਸ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਉਹਨਾਂ ਦਾ ਸ਼ੁਕਰਾਨਾ ਕਰਨਾ ਮੰਗਦਾ, ਤੇ ਮੈਂ ਸਵਿਚ ਕਰੂੰਗਾ ਪੰਜਾਬੀ ਤੋਂ ਇੰਗਲਿਸ਼ ਦੇ ਵਿੱਚ। ਸੋ ਟੁਡੇ we want to thank our political leaders who really made this dream happen. And one of the names we can't thank enough is our own Congressman Jim Costa. As we all know, we call him Jim. And Jim has done a terrific job supporting Sikh, promoting Sikh causes, and promoting Sikh culture, and more so making the American population understand what we are. From Jim's effort today, we have Sikh TSA agents. And the purpose of having the Sikh TSA agents is so those people understand the Sikh values and can accommodate when a turban wearing Sikh goes through the airport. You know, I am in the community, a lot of places, and I tell you, there's not a place where I don't see Jim. He's at all the events, he's supporting the community, he's everywhere. Jim has helped low-income people make sure they don't default on their mortgages. He's helped businesses get low interest rate loans. And the best, in the last few months, Jim has really fought the fight for the water for our Central Valley. You know, I really wish we can clone Jim and take him to India and really fix our politics. So with any further ado, I will request Congressman Jim Costa to come up to the podium and say a few words to the congregation. Thank you. Thank you very much. It's my honor to be here as your congressman for this very, very important day, the inauguration of this Sikh temple that is dedicated not only to our community, to our valley, but our nation, and therefore the world. Sikhism has such an important place among world religions. And the contributions that each and every one of you make, your families, to our nation, are so meaningful. And it is with great spirit then, today, that I join with you in honor of the martyrs, in honor of Sikhism around the world. Because this is a very holy place, and therefore today is a very holy day for our families and for all who gather here and who will gather in future years to come. As I toured, I saw the schools and the classes. I saw the excitement of the young people. And the young people, your children, are our future.
I always tell the young people, do well. Because if you do well as an adult, America will do well. And if your children do well, Sikhism will continue to be such an important part of our nation and the world. So we celebrate many important accomplishments today. As I fight for you in Washington against oppression of people who don't know the importance of the culture, the history, the tradition, and the religion of Sikhism, it's important that we do this together. Whether it's issues today of oppression that we find ourselves in around the world, Sikhism is an important part of our ability to break down those walls of oppression and of racism that sadly still exists today. So I have a resolution that I would like to present as your congressman as we work together to build a better valley, to build a better nation, and to build a better world. And I am heightened, and my spirit is improved much today because of this beautiful facility that is dedicated for each and every one of you and your families, but to promote peace and better understanding, which is the hallmark for which we all believe in and we all stand for. So on behalf of the House of Representatives, we would like to provide special congressional recognition to the Sikh Institute of Fresno in honor of the inaugural celebration as the community, our community, this valley, commemorates this very important and monumentous occasion. Your Congressman, Jim Costa. Thank you, and thank you for allowing me to serve you. And I hope today I wore the right color tie. Now from the Sikh Institute, we would like to present a plaque and a sropa to Congressman Jim Costa. Thank you, Jim. And this sropa is blessing from the Guru for the 5th term in Congress. All right. So, and now I would like to recognize our own, and you might have seen signs all over the city that we call him Blong. And I would like to invite our council member, Blong Jong. Blong has been very instrumental in helping us with things that we needed to do with the city because this institute falls in Blong's district. And Blong has helped us tremendously securing permits. ਉਹ ਕਹਿੰਦੇ ਹੁੰਦੇ ਬੰਦਾ ਵਿਆਹ ਵੀ ਆਪਣੀ ਮਰਜ਼ੀ ਨਾਲ ਨਹੀਂ ਕਰਾ ਸਕਦਾ, ਫੋਟੋ ਵਾਲਿਆਂ ਨਾਲ ਹੁੰਦਾ।
ਸੋ ਥੈਂਕ ਯੂ ਨਹੀਂ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸੋ Blong really helped us when we were stuck in getting this project finished, and so does our Congressman Jim Costa, and Blong made things easier for us at the city. So with further ado, I would like to invite our Council Member Blong Jong to come and say a few words to the congregation. What a beautiful, gorgeous Valley Day for all of us. I've been humbled to have served our city for the last 8 years, but even more humbled to serve our diverse community. It is gratifying that I had a little role, because the huge role to make this dream come true has been from our community, have been from our Sikh community, from all the children to the leaders that are here today. It is your passion, it is your belief, it is your strength to see this temple completed. But it is more than just a temple. As Congressman Costa said, an educational facility for all of us. And I hear future talks of a medical facility as well. What a fantastic addition to our community. As my community begins to grow, as the previous speaker have said, it is about us learning from each other. And I have already learned so much from our Sikh brothers and sisters. Have seen this dream, have seen this vision, and yet our young community is just talking about it. So I see a future for us, and I see a future of our community coming even closer together. So really today and this morning, on behalf of my council colleagues and our mayor, that I'm here to present to our leaders, to our Sikh community, in recognition of the grand opening of this temple, this facility that only makes our city better. It is great distinction and pride that I honor and congratulate the Sikh Institute of Fresno. Thank you for your hard work and dedication to the education, health, and spiritual wellness of the community. The commitment you set forth to the city of Fresno is admired and appreciated. I wish you the best of luck and success. And I'll end it with this. As our community have stood together to make sure that the Central Valley appreciates the diversity that is here, you will know that I'm committed to continue to stand with you and beside you as we continue to represent our community, but also make America a richer place for all immigrants and refugees. Raj, really on behalf of the community, the city of Fresno, to other leaders here, let me make sure that I give you this certificate, please. Thank you, Mr. Blongzong. It's a really milestone achievement for the Sikh diaspora. I feel what we have done today, similar kind of festival. Play so nihal. I guess similar kind of sentiments people felt back in 1912 when the first Sikh Gurdwara was built here in Stockton, California. I don't know, I just saw 3 months back at Fresno State's museum, there was a Valley's first museum. They had the Stockton Gurdwara picture. I saw over 50 well-distinguished Sikhs standing in front of the Gurdwara. That was from 1912. I feel we are kind of making that history today. So thank you to all of our dignitaries who were able to make time and come out and help with the project over the years. On behalf of the board, behalf of the committee, and behalf of the congregation, we thank you.
ਵੀਰ ਸਰਬਜੀਤ ਸਿੰਘ ਜੀ ਧੂੰਦਾ ਬੈਠੇ ਹਨ, ਉਹਨਾਂ ਦੇ ਕਥਾ ਦਾ ਆਪਾਂ 5 ਮਿੰਟ ਦੇ ਵਿੱਚ ਪ੍ਰੋਗਰਾਮ ਆਰੰਭ ਕਰਾਉਣਾ। 12:10 ਦਾ ਸੰਗਤ ਨੂੰ ਟਾਈਮ ਦਿੱਤਾ ਸੀ, ਅਸੀਂ ਮਾਫੀ ਚਾਹੁੰਦੇ ਹਾਂ ਕਿ 12:30 ਹੋ ਗਏ ਹਨ, 15 ਮਿੰਟ ਅਸੀਂ ਉੱਪਰ ਲੈ ਗਏ ਹਾਂ, ਮਾਫੀ ਚਾਹੁੰਦੇ ਹਾਂ। ਤੇ ਉਸ ਤੋਂ ਪਹਿਲਾਂ ਮੈਂ ਉਸ ਵੀਰ ਨੂੰ ਯਾਦ ਕਰਨਾ ਚਾਹਾਂਗਾ ਜਿਨ੍ਹਾਂ ਦਾ ਸਾਡੀ ਕਮਿਊਨਿਟੀ ਦੇ ਵਿੱਚ ਖਾਸ ਯੋਗਦਾਨ ਹੈ। ਉਹ ਹਨ ਹਰਿੰਦਰ ਸਿੰਘ ਗਿੱਲ, ਹੈਰੀ ਗਿੱਲ। ਉਹ ਬਿਮਾਰੀ ਦੇ ਕਾਰਨ ਸਾਡੇ ਦਰਮਿਆਨ ਸ਼ਾਮਲ ਨਹੀਂ ਹਨ, ਆਪਣੀ ਸਿਹਤ ਦੇ ਕਾਰਨ ਸਾਡੇ ਵਿੱਚ ਸ਼ਾਮਲ ਨਹੀਂ ਹਨ। ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ। ਇੱਕ ਇਹ ਕਾਰਡ, ਥੈਂਕ ਯੂ ਕਾਰਡ ਉਹਨਾਂ ਲਈ ਬਣਾਇਆ ਸੀ, ਜਿਸ ਦੇ ਉੱਪਰ ਤਕਰੀਬਨ ਸੰਗਤ ਦੇ ਵਿੱਚੋਂ ਸਾਰੀ ਬਹੁ ਗਿਣਤੀ ਸੰਗਤ ਨੇ ਸਾਈਨ ਕੀਤੇ ਹਨ, ਜਿਨ੍ਹਾਂ ਨੂੰ ਵਕਤ ਮਿਲਿਆ ਹੈ। ਹਰਿੰਦਰ ਦੇ, ਹੈਰੀ ਗਿੱਲ ਦੇ ਬ੍ਰਦਰ ਵੀਰ ਅਵਤਾਰ ਸਿੰਘ ਜੀ ਗਿੱਲ, ਉਹ ਅੱਜ ਸਾਡੇ ਨਾਲ ਹਨ। ਇਸ ਪਰਿਵਾਰ ਨੇ ਹਮੇਸ਼ਾ ਇਸ ਐਸੋਸੀਏਸ਼ਨ ਦੀ, ਇਸ ਸੰਗਤ ਦੀ ਮਦਦ ਕੀਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਤੇ ਹੈਰੀ ਗਿੱਲ ਬਾਰੇ ਮੈਂ ਇਹ ਕਹਿ ਸਕਦਾ ਕਿ ਉਹ ਵੀਰ ਜੋ ਕੁਝ ਵੀ ਹੋਵੇ ਹਮੇਸ਼ਾ ਖੁਸ਼ ਰਹਿੰਦਾ ਸੀ। ਕਿਸੇ ਨੇ ਚੰਗੀ ਕਹਿ ਦਿੱਤੀ, ਕਿਸੇ ਨੇ ਮਾੜੀ ਕਹਿ ਦਿੱਤੀ, ਉਸਨੇ ਹੱਸ ਕੇ ਉਹ ਗੱਲ ਐਕਸੈਪਟ ਕਰ ਲੈਣੀ। ਸੋ ਵਾਹਿਗੁਰੂ ਸਮੁੱਚੀ ਸੰਗਤ ਵੱਲੋਂ ਸਾਡੀਆਂ ਵਿਸ਼ੇਸ ਹਨ ਕਿ ਉਹਨਾਂ ਨੂੰ ਤੰਦਰੁਸਤੀ ਬਖਸ਼ੇ। ਤੇ ਮੈਂ ਹੁਣ ਵੀਰ ਅਵਤਾਰ ਗਿੱਲ ਨੂੰ ਬੇਨਤੀ ਕਰਾਂਗਾ ਕਿ ਆ ਕੇ ਉਹ ਇਹ ਕਾਰਡ ਬੋਰਡ ਵੱਲੋਂ, ਸੰਗਤ ਵੱਲੋਂ ਐਕਸੈਪਟ ਕਰਨ। ਬੋਲੇ ਸੋ ਨਿਹਾਲ। ਤੇ ਅਖੀਰ ਦੇ ਵਿੱਚ ਮੈਂ 1 ਮਿੰਟ ਦੇ ਲਈ ਸਟੇਜ ਦੇ ਉੱਪਰ ਵੀਰ ਹਰਜਿੰਦਰ ਸਿੰਘ ਢਿੱਲੋਂ ਨੂੰ ਬੁਲਾਉਣਾ ਚਾਹਾਂਗਾ, ਸੱਚਮੁੱਚ 1 ਮਿੰਟ ਦੇ ਲਈ, ਕਿਉਂਕਿ ਇਹਨਾਂ ਦੀ ਡਿਊਟੀ ਪੈਸੇ ਦੇ ਨਾਲ ਸੰਬੰਧਿਤ ਹੈ। ਤੇ ਪੈਸੇ ਦੇ ਬਿਨਾ ਕੋਈ ਵੀ ਕੰਮ ਨਹੀਂ ਚੱਲਦਾ। ਸੋ ਇਹਨਾਂ ਨੇ 1 ਮਿੰਟ ਦੇ ਲਈ ਬੇਨਤੀ ਕਰਨੀ ਹੈ, ਉਸ ਤੋਂ ਉਪਰੰਤ ਆਪਾਂ ਕਥਾ ਅੱਜ ਆਰੰਭ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੀ ਬੇਨਤੀ ਇੰਨੀ ਹੋਈ ਹੈ ਕਿ ਇਸ ਸੰਸਥਾ ਨੂੰ ਚਲਾਉਣ ਦੇ ਲਈ ਆਪਣੇ ਕੋਲੇ 4 ਡਿਫਰੈਂਟ ਫੰਡ ਕ੍ਰੀਏਟ ਕੀਤੇ ਨੇ। ਇੱਕ ਹੈ ਮੌਰਟਗੇਜ ਦਾ, ਜਿਸ ਤਰ੍ਹਾਂ ਕਿ ਆਪਾਂ ਆਪਣੀਆਂ ਕਿਸ਼ਤਾਂ ਘਰਾਂ ਦੀਆਂ ਦਿੰਦੇ ਹਾਂ, ਤੇ ਗੁਰੂ ਦੀ ਕਿਸ਼ਤ ਆਪਾਂ ਸਾਰੀ ਸੰਗਤ ਨੇ ਦੇਣੀ ਹੈ। ਤੇ ਸਾਡੇ ਕੋਲੇ ਬਾਹਰ EFT ਫਾਰਮਸ, ਜਿਹੜੀ ਕਿ ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਸਿੱਧਾ ਇੰਸਟੀਟਿਊਸ਼ਨ ਦੇ ਅਕਾਊਂਟ ਦੇ ਵਿੱਚ ਪੈਸੇ ਆ ਸਕਦੇ ਨੇ। ਕਿਰਪਾ ਕਰਕੇ ਜਿੰਨੇ ਵੀ ਤੁਸੀਂ ਮਤਲਬ ਮੌਰਟਗੇਜ ਦੇ ਵਿੱਚ ਪੈਸੇ ਦੇਣ ਦੀ ਮਦਦ ਕਰ ਸਕਦੇ ਹੋ, $10, $11 ਮਹੀਨੇ ਦੇ, $25, $50, ਜਿੰਨੇ ਵੀ ਤੁਸੀਂ ਅਫੋਰਡ ਕਰ ਸਕਦੇ ਹੋ, ਕਿਰਪਾ ਕਰਕੇ ਫਾਰਮ ਲੈ ਲਓ ਤੇ ਸਾਨੂੰ ਉਹ ਜ਼ਰੂਰ ਦਿਓ। ਤੇ ਦੂਜਾ ਆਪਣਾ ਫੰਡ ਹੈ ਐਜੂਕੇਸ਼ਨ ਫੰਡ, ਜਿਸ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਕਿ ਕੀਰਤਨ ਜਾਂ ਕਥਾਵਾਚਕ ਨਵੇਂ, ਜਾਂ ਆਪਣੀਆਂ ਬੁੱਕਸ ਡਿਸਟ੍ਰੀਬਿਊਸ਼ਨ, ਜਾਂ ਲਾਇਬ੍ਰੇਰੀ ਦਾ ਕੰਮ, ਤੇ ਬਿਲਡਿੰਗ ਫੰਡ ਜਿਹੜੀ ਆਪਣੀਆਂ ਨਵੀਆਂ ਐਡੀਸ਼ਨਾਂ ਕਰਨੀਆਂ ਨੇ, ਜਿਸ ਤਰ੍ਹਾਂ ਕਿ ਨਵੀਂ ਕਿਚਨ ਦੀ ਸਾਰੀ, ਤੇ ਉਸ ਤੋਂ ਬਾਅਦ ਲੰਗਰ ਫੰਡ, ਜਿੱਤੇ ਇਹਦੇ ਜ਼ਰੂਰ ਆਪਣਾ ਜਿੰਨਾ ਕੁ ਯੋਗਦਾਨ ਬਣਦਾ ਹੈ ਹਿੱਸਾ ਪਾਇਓ। ਇਹ ਸਾਰੀ ਜਿਹੜੀ ਬੇਨਤੀ ਹੈ ਇਹਨੂੰ ਜ਼ਰੂਰ ਕਬੂਲ ਕਰੋ, ਤਾਂ ਕਿ ਅਸੀਂ ਇਸ ਤਰ੍ਹਾਂ ਆਪਣੀਆਂ ਉਚਾਈਆਂ 'ਤੇ ਉੱਡਦੇ ਰਹੀਏ ਤੇ ਆਉਣ ਵਾਲੀਆਂ ਜਨਰੇਸ਼ਨਾਂ ਆਪਣੀਆਂ ਤੇ ਇਹਨਾਂ ਨੂੰ, ਜਿਨ੍ਹਾਂ ਨੇ ਜਿਹੜੀ ਸੰਗਤ ਨੇ ਕੰਮ ਸ਼ੁਰੂ ਕੀਤਾ ਉਹਨੂੰ ਯਾਦ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।